ਅਸੀਂ ਕੱਲ ਪਲੱਸ 2 ਦਾ ਡਿਟਰਮੀਨੈਂਟਸ ਚੈਪਟਰ ਸਟਾਰਟ ਕੀਤਾ ਸੀ ਔਰ ਇਸ ਚੈਪਟਰ ਦੇ ਵਿੱਚ ਕਿਸੇ ਵੀ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਨਾ ਇਹਦੀ ਗੱਲ ਕੀਤੀ ਕਿਉਂਕਿ ਆਪਾਂ ਬਹੁਤ ਫੰਕਸ਼ਨਾਂ ਨੂੰ ਪਲੱਸ 1 ਵਿੱਚ ਡਿਫਰੈਂਸ਼ੀਏਟ ਕੀਤਾ ਵਾ ਪਰ ਬੜੇ ਬੱਚੇ ਆ ਜਿਨ੍ਹਾਂ ਨੂੰ ਅਜੇ ਉਸ ਡਿਫਰੈਂਸ਼ੀਏਸ਼ਨ ਬਾਰੇ ਕੁਝ ਵੀ ਨਹੀਂ ਪਤਾ। ਬੜਿਆਂ ਨੇ ਸਵਾਲ ਕਰਕੇ ਸੈਂਡ ਵੀ ਕੀਤੇ ਆ। ਬਸ ਕੋਈ ਉਹਦੇ ਵਿੱਚ ਮੈਂ ਅਜੇ ਇੱਕੋ ਹੀ ਗੱਲ ਦੱਸੀ ਹੈ ਤੁਹਾਨੂੰ ਕਿ ਜਦੋਂ ਸਾਡੇ ਕੋਲ ਲਿਖਿਆ ਵਾ ਕੋਈ ਫੰਕਸ਼ਨ y x ਦੀ ਪਾਵਰ ਵਿੱਚ ਲਿਖਿਆ ਵਾ, ਭਾਵੇਂ x ਦੀ ਪਾਵਰ ਮਾਈਨਸ ਆ ਭਾਵੇਂ x ਥੱਲੇ ਹੀ ਆ, ਜਦੋਂ ਕੱਲਾ ਕੱਲਾ ਵਾ ਸਾਰੇ ਦੀ ਹੋਲ ਪਾਵਰ ਨਹੀਂ ਗਈ ਤੇ ਉਦੋਂ ਆਪਾਂ ਇਸ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ, ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ। ਜਿਸ ਤਰ੍ਹਾਂ ਜਿਹੜਾ 1/x ਆ ਇਹ ਬਣ ਜਾਏਗਾ ਉੱਪਰ ਜਾ ਕੇ x ਦੀ ਪਾਵਰ -1 ਬਣ ਜਾਏਗਾ। ਇਹਦੇ ਵਿੱਚ x ਦੀ ਪਾਵਰ 2/3 ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਪਰ ਇਹਨੂੰ ਡਿਫਰੈਂਸ਼ੀਏਸ਼ਨ ਕਿੱਦਾਂ ਕਰੀਦੀ ਆ ਕਿਉਂਕਿ ਇਕੱਲੇ ਇਕੱਲੇ ਆ, ਸਾਰੇ ਦੀ ਕੋਈ ਇੱਕ ਪਾਵਰ ਨਹੀਂ ਹੈਗੀ ਤੇ ਇਕੱਲੇ ਇਕੱਲੇ ਡਿਫਰੈਂਸ਼ੀਏਟ ਹੋ ਜਾਂਦੇ ਆ। 4x ਦੀ ਪਾਵਰ 3, 4 ਥੱਲੇ ਆ ਗਿਆ ਇੱਕ ਪਾਵਰ ਘਟ ਗਈ, -5 ਥੱਲੇ ਆ ਗਿਆ ਇੱਕ ਪਾਵਰ ਘਟ ਗਈ, -1 x ਦੀ ਪਾਵਰ -2, 2/3 ਇੱਥੇ ਆ ਗਿਆ, x ਦੀ ਪਾਵਰ 2/3 ਚੋਂ -1 ਕਰਤਾ। ਇਹ ਵਾਲੇ ਸਵਾਲ ਆਪਾਂ ਕਰ ਚੁੱਕੇ ਹਾਂ ਤੇ ਹੁਣ ਜਿਹੜੇ ਆਪਾਂ ਪਲੱਸ 2 ਚ ਜਦੋਂ ਕਿ ਫੰਕਸ਼ਨ ਤੇ ਸਕੇਅਰ ਪਿਆ ਹੁੰਦਾ ਵਾ ਉਹ ਆਪਾਂ ਸਵਾਲ ਕਰ ਰਹੇ ਹਾਂ, ਉਹਨੂੰ ਅਸਲ 'ਚ ਕਹਿੰਦੇ ਚੇਨ ਰੂਲ। ਤੇ ਮੈਂ ਨਹੀਂ ਚਾਹੁੰਦਾ ਕਿ ਆਪਾਂ ਇਸ ਚੀਜ਼ ਨੂੰ ਹਰ ਚੀਜ਼ ਦਾ ਇੱਕ ਫਾਰਮੂਲਾ ਬਣਾਈਏ। ਦੇਖੋ ਜਿਸ ਤਰ੍ਹਾਂ ਸਾਡੇ ਕੋਲੇ y ਲਿਖਿਆ ਵਾ 4x ਦੀ ਪਾਵਰ 3, ਜੋ ਮਰਜ਼ੀ ਲਿਖਿਆ ਇੱਥੇ 8x ਦੀ ਪਾਵਰ 2 ਪਲੱਸ 9x ਤੇ ਪਲੱਸ 10 ਤੇ ਸਾਰੇ ਦੀ ਪਾਵਰ ਸਾਡੇ ਕੋਲੇ 4 ਹੈ। ਹੁਣ ਜਦੋਂ ਆਪਾਂ ਡਿਫਰੈਂਸ਼ੀਏਟ ਕਰਨਾ ਵਾ ਤੇ ਸਭ ਤੋਂ ਪਹਿਲਾਂ ਵਾਰੀ ਪਾਵਰ ਦੀ ਆ, 4 ਨੇ ਇੱਧਰ ਆਉਣਾ ਵਾ ਤੇ ਇਸ ਸਾਰੀ ਚੀਜ਼ ਵਿਚਲੀ ਨੂੰ ਕੁਝ ਨਹੀਂ ਕਹਿਣਾ। ਅਜੇ ਤੇ ਪਾਵਰ ਦਾ ਹੀ ਕੰਮ ਹੋਇਆ ਵਾ। ਆਹ ਚੀਜ਼ 4 ਵਾਰੀ ਮਲਟੀਪਲਾਈ ਹੋ ਰਹੀ, ਜਦੋਂ ਇੱਕ ਵਾਰ ਡਿਫਰੈਂਸ਼ੀਏਟ ਹੋ ਜਾਂਦੀ ਹੈ ਤੇ ਇੱਕ ਵਾਰੀ ਘਟ ਜਾਂਦੀ ਹੈ ਮਲਟੀਪਲੀਕੇਸ਼ਨ ਹੁੰਦੀ ਤੇ ਹੈਗੀ ਹੈ ਨਾ, ਇਹਨੂੰ ਛੱਡ ਥੋੜੀ ਦੇਣਾ। 4x ਦੀ ਪਾਵਰ 3 ਪਲੱਸ 8x ਸਕੁਅਰ ਪਲੱਸ 9x ਤੇ ਪਲੱਸ 10 ਤੇ ਪਾਵਰ ਹੋ ਗਈ 3। ਹੁਣ ਅਗਲੇ ਬੰਨੇ a ਦੀ ਡਿਫਰੈਂਸ਼ੀਏਸ਼ਨ ac ਦੀ ਕਿੰਨੀ ਬਣ ਗਈ, 4 ਦੀਆਂ 12x ਸਕੁਅਰ ਪਲੱਸ 16x, x ਦੀ ਡਿਫਰੈਂਸ਼ੀਏਸ਼ਨ 1 ਹੋ ਜਾਂਦੀ ਹੈ, ਕੱਲਾ 9 ਰਹਿ ਗਿਆ ਤੇ 10 ਦੀ 0 ਹੋ ਗਈ। ਇਦਾਂ ਦੇ ਕੱਲ ਆਪਾਂ ਸਵਾਲ ਕੀਤੇ ਸੀ। ਇਦਾਂ ਦਾ ਇੱਕ ਸਵਾਲ ਹੋਰ ਕਰਦੇ ਹਾਂ। ਜਿਸ ਤਰ੍ਹਾਂ ਸਾਡੇ ਕੋਲ ਲਿਖਿਆ y ਕਿਊਬ ਰੂਟ ਲਿਖਿਆ ਜੀ। ਕਿਊਬ ਰੂਟ ਕਿਹਦਾ ਵਾ ਜੀ, 2x ਦੀ ਪਾਵਰ 4 ਪਲੱਸ x ਸਕੁਅਰ ਤੇ -x। ਇਹਨੂੰ ਆਪਾਂ ਡਿਫਰੈਂਸ਼ੀਏਟ ਕਰਨਾ ਜੀ। ਪਹਿਲੀ ਗੱਲ ਇਹ ਪਾਵਰ ਕਿਊਬ ਰੂਟ ਆ, ਇਹਨੂੰ ਪਹਿਲਾਂ ਪਾਵਰ ਦੀ ਫੰਕਸ਼ਨ ਲਿਖੀਏ ਜੀ। 2x ਦੀ ਪਾਵਰ 4 ਪਲੱਸ x ਸਕੁਅਰ -x ਤੇ ਪਾਵਰ ਕਿੰਨੀ ਹੋ ਗਈ ਜੀ 1/3। ਕਿਊਬ ਰੂਟ ਆ, ਅੰਡਰ ਰੂਟ ਉਹਨੂੰ ਆਪਾਂ ਲਿਖਦੇ ਹਾਂ 1/2। ਹੁਣ ਜੋ ਡਿਫਰੈਂਸ਼ੀਏਟ ਕਰਾਂਗੇ ਤੇ ਕਿੰਨਾ ਬਣਿਆ ਜੀ, ਪਹਿਲਾਂ ਪਾਵਰ ਇੱਧਰ ਆਈ 1/3, 2x ਦੀ ਪਾਵਰ 4 ਪਲੱਸ x ਸਕੁਅਰ -x ਤੇ 1/3 ਚੋਂ -1 ਤੇ ਨਾਲ ਹੀ ਦੇ ਅੱਗੇ ਇਹਦੀ ਵਿਚਲੀ ਡਿਫਰੈਂਸ਼ੀਏਸ਼ਨ ਨਹੀਂ ਕਰਨੀ ਜੋ ਬ੍ਰੈਕਟ ਦੇ ਵਿੱਚ ਹੈ ਜੀ। ਤੋਂ ਕਿੰਨਾ ਨਾਲ ਆਉਣਾ ਜੀ, 4 × 8 x ਦੀ ਪਾਵਰ 3 2x ਤੇ -x ਦੀ -1। ਇਹ ਸਾਡਾ ਆਨਸਰ ਹੈ 1/3। ਆ -2/3 ਪਾਵਰ ਬਣਦੀ ਆ, ਇਹਨੂੰ ਥੱਲੇ ਲੈ ਜਾਓ, ਉੱਤੇ ਕੀ ਆ ਗਿਆ ਜੀ 8x³ ਪਲੱਸ 2x -1 ਓਵਰ 2x ਦੀ ਪਾਵਰ 4 ਪਲੱਸ x ਸਕੁਅਰ -x। ਆ ਪਾਵਰ ਬਣੀ ਨਾ -2/3 ਬਣ ਗਈ ਤੇ ਉਹ ਫਿਰ ਥੱਲੇ ਖੜ ਕੇ ਬਣ ਗਈ 2/3। ਮਤਲਬ ਮੈਂ ਚਾਹੁੰਦਾ ਕਿ ਤੁਹਾਨੂੰ ਜਦੋਂ ਵੀ ਇਹ ਚੇਨ ਰੂਲ ਘੜੀ ਮੁੜੀ ਨਾਲ ਲਿਖਣਾ ਪਵੇ ਸਿੰਪਲ ਤੋਂ ਸਿੰਪਲ ਪਤਾ ਹੋਵੇ ਵੀ ਡਿਫਰੈਂਸ਼ੀਏਸ਼ਨ ਕਿੱਦਾਂ ਕਰੀਦੀ ਹੈ।
ਅੱਜ ਆਪਾਂ ਹੋਰ ਕੁਝ ਅੰਡਰਰੂਟ ਵਾਲੇ ਵੀ ਸਵਾਲ ਜੇ ਹੋਰ ਕਰਨੇ ਆ। ਲਓ ਦੇਖੋ ਜੀ, ਪਹਿਲਾ ਸਵਾਲ ਕਰਦੇ ਆ y a plus x ਸਕੁਏਅਰ ਦਾ ਅੰਡਰਰੂਟ। ਤੇ ਕੱਲ ਵੀ ਗੱਲ ਸਮਝਾਈ ਵੀ a plus x ਸਕੁਏਅਰ ਦੇ ਅੰਡਰਰੂਟ ਦਾ ਮਤਲਬ ਆ a plus x ਸਕੁਏਅਰ ਦੀ ਵੈਲਿਊ 1/2। ਤੇ ਜਦੋਂ ਵੈਲਿਊ 1/2 ਲਿਖਣੀ ਆ ਤੇ ਇਹਨੇ ਕੀ ਬਣ ਜਾਣਾ, ਇਹਦੀ 1/2 ਚੋਂ 1 ਘਟਾਵਾਂਗੇ ਤੇ ਸਾਡਾ ਜਿਹੜਾ ਸਵਾਲ ਆ, ਠੀਕ ਹੈ। ਕੱਲ ਵੀ ਗੱਲ ਕੀਤੀ ਸੀ, ਦੱਸੀ ਵੀ ਗੱਲ, ਫਿਰ ਅੱਜ ਕਰ ਦਿੰਦੇ ਆ ਪਾਵਰ 1/2। ਜੋ ਡਿਫਰੈਂਸ਼ੀਏਟ ਕਰਾਂਗੇ ਤੇ ਦੇਖੋ ਹੁਣ ਮੈਂ ਜ਼ਬਾਨੀ ਦੱਸਣਾ, 1/2 ਥੱਲੇ ਆ ਗਿਆ। ਜਦੋਂ 1/2 ਚੋਂ -1 ਕਰਾਂਗੇ ਤਾਂ -1/2 ਤੋਂ ਅੰਡਰਰੂਟ ਥੱਲੇ ਆ ਜਾਏਗਾ। ਤੇ ਕਹਿਣ ਦਾ ਮਤਲਬ, ਚਲੋ ਇੱਕ ਵਾਰੀ ਕਰ ਦਿੰਦੇ ਆ। 1/2 ਕੀ ਬਣ ਗਿਆ ਜੀ, a plus x ਸਕੁਏਅਰ ਦੀ ਪਾਵਰ 1/2 -1 ਤੇ ਨਾਲ ਇਹਦੀ ਡਿਫਰੈਂਸ਼ੀਏਸ਼ਨ, a ਦੀ ਡਿਫਰੈਂਸ਼ੀਏਸ਼ਨ 0 ਕਾਂਸਟੈਂਟ ਆ ਤੇ x ਸਕੁਏਅਰ ਦੀ ਕਿੰਨੀ ਹੈਗੀ 2x। ਤੇ ਸਾਡਾ ਕੀ ਬਣ ਗਿਆ ਜੀ 1/2, ਆ ਸਾਰੀ ਪਾਵਰ ਕਿੰਨੀ ਹੋ ਗਈ ਜੀ -1/2 ਨਾਲ ਕਿੰਨਾ ਹੈਗਾ 2x। ਉਹਦੀ -1/2 ਆ, ਉਹ ਥੱਲੇ ਚਲ ਗਈ, ਉਹ ਬਣ ਗਿਆ a plus x ਸਕੁਏਅਰ ਦਾ ਅੰਡਰਰੂਟ ਹੀ ਹੋ ਗਿਆ ਤੇ 2 ਨਾਲ 2 ਕੱਟਿਆ। ਹੁਣ ਯਾਦ ਰੱਖਣਾ ਵੀ ਜਦੋਂ ਵੀ ਅੰਡਰਰੂਟ ਨੂੰ ਡਿਫਰੈਂਸ਼ੀਏਟ ਕਰਨਾ ਵਾ 1/2 ਤੇ ਅੰਡਰਰੂਟ ਥੱਲੇ ਚਲ ਜਾਇਆ ਕਰਨਾ ਤੇ ਵਿਚਲੇ ਨੂੰ ਤੇ ਡਿਫਰੈਂਸ਼ੀਏਟ ਕਰਿਆ ਕਰਨਾ। ਤੇ ਆਓ ਜੀ ਇੱਕ ਸਵਾਲ ਇਹਦੇ ਨਾਲ ਦਾ ਥੋੜਾ ਜਿਹਾ ਐਕਸਟਰਾ ਮੈਂ ਅੱਗੇ ਜਾਣਾ ਚਾਹੁੰਦਾ। मैंने एक बार गल समझा जी, फिर एक बार इन्हों मैं कट के सिंपल तरीके से लिखना। लिखो जी, लिखा जी y इज इक्वल टू a प्लस एक्स स्केयर का अंडर। डिफरेंशिएट किया की बने जी 1/2 अंडररूट थले चल गया तो उत्ते एदी डिफरेंशिएशन कितनी है 2x, ए दी तो 0 हो गई, 2 ਨਾਲ 2 ਕੱਟਿਆ ਗਿਆ ਤੇ ਬਾਕੀ ਸਾਡਾ ਆਨਸਰ ਆ ਗਿਆ x ਓਵਰ a ਪਲੱਸ x ਸਕੁਏਅਰ ਦਾ ਅੰਡਰ। ਹਾਂਜੀ, ਜੇਕਰ ਇਹ ਸਵਾਲ ਨੂੰ ਇਦਾਂ ਲਿਖ ਦਿੰਦਾ y a ਪਲੱਸ x ਸਕੁਏਅਰ ਦਾ ਅੰਡਰ। ਹੁਣ ਜੇ ਆਪਾਂ ਇਹਦੀ ਡਿਫਰੈਂਸ਼ੀਏਸ਼ਨ ਕਰੀਏ ਤੇ ਵੇਖੋ ਹੁਣ ਮੈਨੂੰ ਦੱਸੋ ਗੱਲ, ਜੇ डिफरेंशिएट करना है तो ए की डिफरेंशिएशन 0 हो जानी, ਇਹਦੀ ਕਰਨੀ ਇਹਦੀ ਐ ਹੋਈ, ਮਤਲਬ ਇਹਦੀ डिफरेंशिएशन कर लो या ਇਹਦੀ कर लो कोई फर्क नहीं पैंदा क्योंकि ਵਿੱਚ ਕੀ ਹੋ ਰਿਹਾ प्लस कांस्टेंट हो ਰਿਹਾ। पर ਜੇਕਰ मैं ਸਾਰੇ ਤੇ ਇੰਕਲੂਡ ਪਾ ਦਿਆਂ ਹੁਣ ਦੇਖੋ ਜੀ ਕੀ ਬਣਿਆ। ਹੁਣ ਜੋ डिफरेंशिएट ਕਰਾਂਗੇ dy/dx, ਪਹਿਲਾਂ ਤੇ ਐਸ ਅੰਡਰ ਰੂਟ ਦੀ ਵਾਰੀ ਹੈ ਤੇ ਇੱਥੇ ਕੀ ਲੱਗਣਾ ਜੀ 1/2, इन्हें थले चल जाना। इस अंडररूट की बदौलत आ सारी चीज़ थले चलेगी। क्या आ गया जी a प्लस x स्क्वायर का, जो इस अंडररूट को डिफरेंशिएट किया 1/2 थले चल गया तो पिछले की डिफरेंशिएशन करनी है ऊपर, ठीक है जी। हम जो ये ऊपर करेंगे डिफरेंशिएशन आ पिछले की a दी तो 0 आ गई तो प्लस ਹੁਣ ਅਗਲੇ ਦੀ ਵਾਰੀ ਆ ਗਈ, ਜਦੋਂ ਉਹਨੂੰ ਡਿਫਰੈਂਸ਼ੀਏਟ ਕਰਾਂਗੇ ਤੇ ਕੀ ਹੋਣਾ ਜੀ ਦੇਖੋ। ਹੁਣ ਇੱਥੇ ਵੀ ਕਰਨਾ, ਇਹਨੂੰ ਇੱਥੇ 1 ਆ, ਇੱਥੇ ਕ੍ਰਾਸ ਲਾ ਦੇ ਲੱਗਿਆ, ਐਸ ਅੰਡਰਰੂਟ ਵਾਲੀ 1/2 ਥੱਲੇ ਚਲ ਗਿਆ ਤੇ ਵਿਚਲੇ ਦੀ ਵਾਰੀ ਆ ਗਈ, ਇਹਦਾ 0 ਹੋ ਗਿਆ ਤੇ ਇਹਨੂੰ ਫਿਰ ਡਿਫਰੈਂਸ਼ੀਏਟ ਕੀਤਾ ਤੇ ਫਿਰ 1/2 ਤੇ ਆ ਗਿਆ ਜੀ a ਪਲੱਸ x ਕਰ ਥੱਲੇ ਚਲ ਗਿਆ ਤੇ ਫਿਰ ਵਿਚਲੇ ਦੀ ਡਿਫਰੈਂਸ਼ੀਏਸ਼ਨ ਕਿੰਨੀ ਹੈਗੀ 2x, 2 ਨਾਲ 2 ਕੱਟਿਆ ਗਿਆ ਤੇ ਸਾਡਾ ਆਨਸਰ ਕਿੰਨਾ ਆ ਗਿਆ ਜੀ 1/2। ਇੱਕ ਤੇ x ਦੇ ਉੱਤੇ ਹੋਣਾ ਹੀ ਹੋਣਾ ਵਾ, ਇੱਥੇ ਇਹਨੂੰ ਰਹਿਣ ਦਿਓ, ਇੱਕ ਵਾਰ ਤੇ ਇਹ ਆਏਗਾ ਜੀ a ਪਲੱਸ x ਸਕੁਏਅਰ ਤੇ ਨਾਲ ਕੀ ਹੋਣਾ ਵਾ ਨਾ a ਪਲੱਸ x ਸਕੁਏਅਰ ਦਾ ਅੰਡਰ। ਇਹ ਅਜੇ ਮੈਂ ਸਿਰਫ 2 ਵਾਰੀ ਪਾਇਆ, ਠੀਕ ਹੈ ਜੀ। ਜੇ ਇਹ 2 ਵਾਰੀ ਨਾ ਹੁੰਦਾ ਤੇ ਇਹ ਸਾਡੇ ਕੋਲੇ ਹੁੰਦਾ ਜੀ 3 ਵਾਰੀ।
ਤੇ ਫਿਰ ਦੇਖੋ ਜੀ ਕੀ ਬਣਦਾ। ਇਹ ਇਦਾਂ ਵੀ ਹੋ ਸਕਦਾ ਹੈ ਵੀ y is equal to a plus a plus x square under root ਹੁਣ ਕਿੰਨੇ ਅੰਡਰ ਰੂਟ ਪੈ ਗਏ ਜੀ? 3 ਅੰਡਰ ਰੂਟ ਪੈ ਗਏ। ਹੁਣ ਕਰੀ ਡਿਫਰੈਂਸ਼ੀਏਸ਼ਨ dy by dx। ਪਹਿਲੀ ਅੰਡਰ ਰੂਟ ਦੀ ਵਜ੍ਹਾ ਕਰਕੇ 1/2 ਇਹ ਥੱਲੇ ਚਲ ਗਿਆ ਜੀ। a ਪਲੱਸ ਥੱਲੇ ਆ ਗਿਆ ਪਹਿਲੀ ਅੰਡਰ ਰੂਟ ਦੀ ਬਦੌਲਤ ਹੀ। ਜਦੋਂ ਐਸ ਅੰਡਰ ਰੂਟ ਦਾ ਕੰਮ ਹੋ ਗਿਆ ਫਿਰ ਪਿਛਲੇ ਨੂੰ ਡਿਫਰੈਂਸ਼ੀਏਟ ਕਰਨਾ ਹੈ। a ਦਾ 0 ਹੋ ਗਿਆ, ਫਿਰ ਵਾਰੀ ਇਹਦੀ ਆ ਗਈ। ਇਹਨੇ ਫਿਰ ਉਹੋ ਹੀ ਕੰਮ ਕੀਤਾ ਜੋ ਇਹਨੇ ਕੀਤਾ ਹੈ, ਉਹ ਫਿਰ 1/2 ਤੇ ਅੰਡਰ ਰੂਟ ਵਾਲੇ 2 ਜਿਹੜੇ ਥੱਲੇ ਆ ਗਏ। ਪਰ ਫਿਰ ਜਦੋਂ ਇਹਦੀ ਵਾਰੀ ਆਈ ਕਿ 1/2 ਇੱਕ ਹੋਰ ਥੱਲੇ ਆਇਆ, a plus x ਸਕੁਏਅਰ ਦਾ ਅੰਡਰ ਰੂਟ ਜਾਏਗਾ 2x। 2 ਨਾਲ 2 ਕੱਟ ਗਿਆ ਤੇ ਬਾਕੀ ਸਾਡਾ ਆਨਸਰ ਕੀ ਬਣਿਆ ਜੀ? dy by dx ਦਾ ਉੱਤੇ ਤੇ ਰਹਿ ਗਿਆ ਕੱਲਾ x, ਥੱਲੇ ਆ ਗਿਆ 4 ਤੇ ਇੱਕ ਵਾਰੀ 3 ਅੰਡਰ ਰੂਟ ਪੈਣੇ ਨੇ ਤੇ ਇੱਕ ਵਾਰੀ 2 ਪੈਣੇ ਆ ਔਰ ਇੱਕ ਵਾਰੀ ਕੱਲਾ ਹੀ ਹੋਣਾ। ਆਸ ਹੈ ਵੀ ਤੁਹਾਨੂੰ ਸਮਝ ਆ ਗਈ ਹੋਏਗੀ। ਇਸ ਪ੍ਰਕਾਰ ਜੋ ਅੰਡਰ ਰੂਟ ਪੈਣੇ ਆ ਤੇ ਕਨਫਿਊਜ਼ ਨਹੀਂ ਹੋਣਾ। ਤੁਸੀਂ ਇੱਕ ਸਵਾਲ ਜਿਹੜਾ ਤੁਸੀਂ ਕਰੋਗੇ ਉਹ ਇਹ ਕਰੋਗੇ ਕਿ ਜੇ y is equal to 4 plus x ਸਕੁਏਅਰ ਦਾ ਅੰਡਰ ਰੂਟ ਹੋਵੇ, ਜੇਕਰ 4 plus x ਸਕੁਏਅਰ ਦਾ ਅੰਡਰ ਰੂਟ ਹੋਵੇ, ਦੋ ਅੰਡਰ ਰੂਟ ਹੋਣ, ਤੇ ਜੇਕਰ 4 plus x ਸਕੁਏਅਰ ਸਾਡੇ ਕੋਲੇ 3 ਸਵਾਲ ਤੁਸੀਂ ਕਰਨੇ ਆ ਇਸ ਪ੍ਰਕਾਰ। ਇਹ ਤੋਂ ਅੱਗੇ ਕੱਲ ਵੀ ਸਵਾਲ ਇੱਕ ਸੋਲਵ ਕਰਦੇ ਆ ਜਿੱਥੇ ਲਿਖਿਆ y is equal to x square minus 2ax or a square minus 2ab ਦੇ ਸਾਰੇ ਦਾ ਅੰਡਰ ਰੂਟ। ਹੁਣ ਜਦੋਂ ਵੀ ਇਹਨੂੰ ਸਵਾਲ ਕਰਨਾ ਵਾ ਭੁਲੇਖਾ ਲੱਗਦਾ ਵਾ। ਭੁਲੇਖਾ ਇਸ ਕਰਕੇ ਲੱਗਦਾ ਵੀ ਯਾਰ ਇਹ ਥੱਲੇ ਜੀ ਕੌਨਸਟੈਂਟ ਆ, ਇਹ ਜਿਹੜੀ ਕੌਨਸਟੈਂਟ ਚੀਜ਼ ਇਹਨੂੰ ਤਾਂ ਉਦਾਂ ਹੀ ਬਾਹਰ ਆ ਜਾਣਾ। ਜਦੋਂ ਡਿਫਰੈਂਸ਼ੀਏਟ ਕਰਦੇ ਨੇ ਇਹਨੇ ਪਹਿਲੇ ਬਾਹਰ ਆ ਗਈ ਆ 1/a ਸਕੁਏਅਰ minus 2ab। ਬਾਕੀ ਰਹੀ ਇਹਦੀ ਗੱਲ ਹੁਣ ਇਹਦਾ ਅੰਡਰ ਰੂਟ। ਪਰ ਜਦੋਂ ਵੀ ਅੰਡਰ ਰੂਟ ਡਿਫਰੈਂਸ਼ੀਏਟ ਕਰਦੇ ਕੀ ਬਣਦਾ 1/2 ਅੰਡਰ ਰੂਟ ਥੱਲੇ ਆਉਂਦਾ ਜੀ x ਸਕੁਏਅਰ minus 2ax ਥੱਲੇ ਆ ਗਿਆ ਤੇ ਹੁਣ ਆ ਪਿਛਲੀ ਚੀਜ਼ ਨੂੰ ਤੇ ਡਿਫਰੈਂਸ਼ੀਏਟ ਕੀਤਾ ਬਣ ਗਿਆ 2x minus 2a। x ਸਕੁਏਅਰ ਉਹਦੇ minus 2 ਹੈ, 2x ਹੋ ਗਿਆ ਤੇ x 1 ਬਣ ਗਿਆ ਤੇ ਰਹੇਗਾ 2a। ਆ 2a ਤੇ 2a ਕਾਮਨ ਆ ਗਿਆ ਬਾਹਰ, ਉਹ ਇਧਰ ਕੱਟਿਆ ਗਿਆ। ਬਾਕੀ ਸਾਡਾ ਆਨਸਰ ਕੀ ਹੈ ਜੀ? x minus a upon a square minus 2ab ਦਾ ਅੰਡਰ ਰੂਟ into x square minus 2ax। ਇਸ ਕਰਕੇ ਅੰਡਰ ਰੂਟਾਂ ਦੇ ਮੈਂ ਜ਼ਿਆਦਾ ਸਵਾਲ ਕਰਾ ਰਿਹਾ ਵਾਂ ਤਾਂ ਕਿ ਇਹ ਇੱਕ ਵਾਰੀ ਚੰਗੀ ਤਰ੍ਹਾਂ ਸਮਝ ਆ ਜਾਣ। ਸਾਡੇ ਕੋਲੇ ਸਿੰਪਲ ਸਵਾਲ ਵੀ ਹੈਗੇ ਨੇ ਜਿਹੜੇ ਤੁਸੀਂ ਕਰਨੇ ਆ, ਜਿਹੜੇ ਮੈਂ ਇੱਥੋਂ ਅਜੇ 3 ਕਿਤਾਬਾਂ ਨੇ ਮੇਰੇ ਕੋਲੇ, 3 ਬੁੱਕਸ ਤੋਂ ਮੈਂ ਲਿਖਦਾ। ਔਰ ਉਹ 3 ਕਿਤਾਬਾਂ, ਇੱਕ ਮੇਰੇ ਕੋਲੇ JP ਮਹਿੰਦਰੂ ਦੀ ABC ਮੈਥਮੈਟਿਕਸ ਆ, ਇੱਕ ਮੇਰੇ ਕੋਲੇ TR ਸ਼ਰਮਾ ਦਾ ਮੈਥ, ਇੱਕ RD ਸ਼ਰਮਾ ਦਾ। ਤੇ ਤਿੰਨਾਂ ਵਿੱਚੋਂ ਮੈਂ ਸਵਾਲ ਚਾਹੁੰਦਾ ਵੀ ਇੱਕ ਟਾਈਪ ਲੈ ਕੇ ਉਹ ਪਹਿਲਾਂ ਚੰਗੀ ਤਰ੍ਹਾਂ ਤੁਹਾਨੂੰ ਕਲੀਅਰ ਹੋ ਜੇ ਤੇ ਫਿਰ ਆਪਾਂ ਅੱਗੇ ਚੱਲੀਏ ਜੀ। ਕੱਲ ਇੱਕ ਸਵਾਲ ਤੁਹਾਨੂੰ ਦਿੱਤਾ ਸੀ ਕਰ ਲਈ ਔਰ ਉਹਦੇ ਵਿੱਚੋਂ ਮੈਨੂੰ ਆਇਆ ਕਿ ਸਾਰੇ ਦੇ ਵਿੱਚੋਂ ਕੁਝ ਸਮਝ ਨਹੀਂ ਆਈ। ਇੱਕ ਸਵਾਲ ਹਾਂ ਕਰਦੇ ਹਾਂ ਜੀ, ਬੜਾ ਵਧੀਆ ਸਵਾਲ ਹੈ। ਲਿਖਿਆ ਜੀ ਕਿਉਂਕਿ ਰੂਟਾਂ ਦੇ ਸਵਾਲ ਕਾਫੀ ਕਰ ਲਏ ਆ
ਹੁਣ ਅਸੀਂ ਅਜੇ ਵੀ ਅੰਡਰਰੂਟ ਦਾ ਇੱਕ ਦਾ ਹੋਰ ਸਵਾਲ ਕਰਦੇ ਹਾਂ। ਉਹ ਕੁਐਸਚਨ ਇਹ ਆ ਕਿ ਜੇਕਰ y = x plus x² plus a² ਦਾ ਅੰਡਰਰੂਟ ਹੋਵੇ ਔਰ ਸਾਰੇ ਦੀ ਪਾਵਰ n ਹੋਵੇ, ਤੇ ਤੁਸੀਂ ਪ੍ਰੂਵ ਕਰੋ ਕਿ dy/dx ਉਹ ਕਿਹਦੇ ਇਕੁਅਲ ਹੋਏਗਾ ਜੀ? ny over x² plus a² ਦਾ ਅੰਡਰਰੂਟ। ਆ ਪ੍ਰੂਵ ਕਰਨਾ ਜੀ, ਟੂ ਪ੍ਰੂਵ। देखो जी y सानू दिता वा y की वैल्यू आ डिफरेंशिएट कर दी की बनया dy/dx n थले आ गया ते पावर कितनी जाएगी जी? मैं चाहना मैं इधर करा क्या करता dy/dx पावर n थले आ गई जी, n हो गया। बाकी बचा x plus x² plus a² का अंडररूट। तो पावर कितनी हो गई जी? एक घट गई, n - 1 एक पावर घट गई। और एक पावर घटने नाल की होया? ये तो घट गई। हुण बेस नूं डिफरेंशिएट करना, x की डिफरेंशिएशन 1, अगे अंडररूट की वारी आ गई। वो की करता है 1/2 x² plus a² थले जाता है तो अंडररूट के विच डिफरेंशिएट उत्ते करता है। x करता कितना घटूगा? कहने का मतलब सारा की बनया जी n x plus x² plus a² का अंडररूट ए पावर n - 1 तो जो 2 ने 2 कटिया गया थले की बच रहा 1 प्लस इनू लिया जी प्लस कर लिया जी x² plus a² ਦਾ ਅੰਡਰਰੂਟ प्लस x ओवर x² plus a² ਦਾ ਅੰਡਰਰੂਟ। ਹੁਣ ਸੇਮ ਚੀਜ਼ n - 1 ਇਹਦੀ ਪਾਵਰ ਆ, ਇੱਥੇ ਦੀ ਪਾਵਰ 1 ਹੈ। ਇਹ ਜਦੋਂ ਬੇਸ ਮਲਟੀਪਲਾਈ ਹੁੰਦੇ ਸੇਮ ਇਹਦੇ ਪਾਵਰਾਂ ਐਡ ਹੋ ਗਈਆਂ, n - 1 ਤੇ n प्लस 1 n - 1 ਤੇ प्लस 1 ਕੀ ਬਣ ਗਿਆ ਜੀ? आ कटिया गया तो n ही रह गया। मीन जहाँ सारी चीज की बन गई n x plus x² plus a² दे अंडररूट की पावर कितनी होगी n ओवर की आ गई x² plus a² का अंडररूट। हुण आ जी सारी चीज ये होनी y तो की बन गई ny = x² plus a² का अंडररूट। ये हुई हमें प्रूव करना ही कि जो dy/dx के इक्वल है ny। बड़ा वधिया ते इंपॉर्टेंट सवाल है। थोड़े जे होर फिर एक बारी हल्के जे सवाल कर लगा वा दूसरी बुक तो वेख के, फिर मैं तेन 5-7 सवाल देने हैं। ये अंडररूट वाले हो गए, ये सानू लोड़ पई रहनी है। और वो सवाल सिंपल की ने जी। पहला सवाल y = 1 - 2x की पावर 3 ते सारे का स्क्वायर। दूसरा सवाल y = मैं चाहता भी बेस की प्रैक्टिस हो जाए, फिर कोई गल नहीं, पावर n। तीसरा सवाल y = 3x² plus 2 power 3 into 5x - 1 power 2 जूवी मेथड। और थोड़ा औखा करिए y = 2² plus 3 की पावर 5/2 into x plus 5 की पावर 1/3। पंजवां सवाल y = 3x - 1 over 2x plus 1 की पावर 2। ये कोई सवाल
एक और निका जिहा सवाल है, y इज इक्वल टू 3/2 - 6। इन्हें सवाल तुसीं घरों करने आ, फिर आपां कल तो मैनूं लगदा मैं थोड़े काफ़ी सवाल हो गए आ, जे कहो तो होर भी थोड़े ਜਿਹੇ लिख देना। बस बहुत नहीं। थैंक्स, सत श्री अकाल।